बोले सोने हाल सास भी अकाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਸਵਾਗਤ ਕਰਦਾ ਜੀ ਸਿੱਖੀ ਫॉर ਯੂਥ ਦੇ ਵਿੱਚ। ਸੋ ਇਹ ਸਾਡਾ ਵੀਕਲੀ ਪ੍ਰੋਗਰਾਮ ਆ ਜਿਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਿੱਖ ਇਸ਼ੂਜ਼, ਸਿੱਖ ਯੂਥ ਦੇ ਵਿੱਚ ਜਿਹੜੀਆਂ ਇਸ਼ੂਜ਼ ਆ ਰਹੇ ਆ, ਸਿੱਖ ਯੂਥ ਦੇ ਵਿੱਚ ਜਿਹੜੀਆਂ ਅੰਕਰਾਂ ਆ ਰਹੀਆਂ, ਕਿਹੜੇ ਪ੍ਰੋਬਲਮਸ ਸਿੱਖ ਯੂਥ ਨੂੰ ਅੱਜ ਕੱਲ੍ਹ ਫੇਸ ਕਰਨੀਆਂ ਪੈ ਰਹੀਆਂ ਪੰਥ ਦੇ ਵਿੱਚ। ਉਹਨਾਂ ਨੂੰ ਕਿਹੜੀਆਂ ਥਾਵਾਂ 'ਤੇ ਉਹਨਾਂ ਨੂੰ ਕਈ ਚੀਜ਼ਾਂ ਔਖਾ ਲੱਗਦੀਆਂ, ਕਿਹੜੀਆਂ ਚੀਜ਼ਾਂ ਬਾਰੇ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਆ, ਉਹ ਸ਼ੰਕਿਆਂ ਨੂੰ ਦੂਰ ਕਰਨ ਵਾਸਤੇ ਇਹ ਪ੍ਰੋਗਰਾਮ ਜਿਹੜਾ ਅਸੀਂ ਰੱਖਿਆ ਹੁੰਦਾ। ਇਹ ਪ੍ਰੋਗਰਾਮ ਦੇ ਵਿੱਚ ਨਾ ਹੀ ਕੋਈ ਅਸੀਂ ਵਿਦਵਾਨ ਆ, ਨਾ ਹੀ ਅਸੀਂ ਕੋਈ ਜਿੱਦਾਂ ਪ੍ਰੋਫੈਸ਼ਨਲ ਸਕੋਲਰ ਆ, ਨਾ ਹੀ ਅਸੀਂ ਕੋਈ ਗਿਆਨੀ ਆ ਜਿਹਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਆ ਮਿਸਗਾਈਡ ਕਰਨਾ ਜਾਂ ਕੁਛ ਹੋਰ। ਸਾਡਾ ਬਸ ਕੰਮ ਇਹ ਹੁੰਦਾ ਕਿ ਅਸੀਂ ਸਕੋਲਰਾਂ ਨਾਲ ਬਹਿ ਕੇ, ਅਸੀਂ ਵਿਦਵਾਨਾਂ ਨਾਲ ਬਹਿ ਕੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਉਹਨਾਂ ਤੋਂ ਮਾੜੀ ਮੋਟੀ ਜਿਹੜੀ ਅਸੀਂ ਮੱਤ ਉਹਨਾਂ ਤੋਂ ਆਪਾਂ ਲੈ ਸਕਦੇ ਹਾਂ, ਉਹ ਅਸੀਂ ਟਰਾਈ ਕਰਦੇ ਹੁੰਦੇ ਆ ਕਿ ਯੂਥ ਦੇ ਸਾਹਮਣੇ ਅੰਗਰੇਜ਼ੀ ਦੇ ਵਿੱਚ ਅਸੀਂ ਪੇਸ਼ ਕਰੀਏ ਤਾਂ ਕਿ ਨੌਜਵਾਨਾਂ ਨੂੰ ਅੱਜ ਜਿਹੜੀਆਂ ਕਲੰਕ ਨੌਜਵਾਨਾਂ ਦੇ ਉੱਤੇ ਲੱਗਿਆ ਹੋਇਆ ਆ ਕਿ ਨੌਜਵਾਨਾਂ ਨੂੰ ਸਿੱਖੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਆ ਜਾਂ ਨੌਜਵਾਨਾਂ ਨੂੰ ਕਨਫਿਊਜ਼ ਕੀਤਾ ਜਾ ਰਿਹਾ ਆ, ਉਹਨਾਂ ਸ਼ੰਕਾ ਨੂੰ ਦੂਰ ਕਰਨ ਵਾਸਤੇ ਇਹ ਸਾਡਾ ਜਿਹੜਾ ਪ੍ਰੋਗਰਾਮ ਹੁੰਦਾ ਸਿੱਖੀ ਫॉर ਯੂਥ ਦੇ ਵਿੱਚ ਅਸੀਂ ਰੋਜ਼ ਗੱਲਬਾਤ ਕਰਾਂਗੇ ਇਹੋ ਜਿਹੇ ਮੁੱਦਿਆਂ ਦੇ ਉੱਤੇ। ਫੇਸਬੁੱਕ ਦੇ ਉੱਤੇ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਜੀ। ਬੇਨਤੀ ਜ਼ਰੂਰ ਆ ਕਿ ਤੁਸੀਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ, ਅਤੇ ਜੇ ਤੁਸੀਂ ਕੋਈ ਟੌਪਿਕ ਸਾਨੂੰ ਦੇਣਾ ਚਾਹੁੰਦੇ ਆ ਜਿਹਦੇ ਉੱਤੇ ਅਸੀਂ ਗੱਲਬਾਤ ਕਰੀਏ ਤਾਂ ਜ਼ਰੂਰ ਤੁਸੀਂ ਟੌਪਿਕ ਵੀ ਸਾਨੂੰ ਦਿਆ ਕਰੋ, ਤੁਸੀਂ ਸੁਜੈਸ਼ਨਸ ਵੀ ਦਿਆ ਕਰੋ ਜੇ ਅਸੀਂ ਕੁਛ ਚੇਂਜ ਕਰਨਾ ਹੋਵੇ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਸੰਗਤਾਂ ਵਾਸਤੇ ਆ। ਅਸੀਂ ਇਹ ਨਹੀਂ ਕਹਿੰਦੇ ਕਿ ਆਪਣੇ ਵਾਸਤੇ ਆ, ਇਹ ਸੰਗਤਾਂ ਵਾਸਤੇ ਸਾਡਾ ਪ੍ਰੋਗਰਾਮ ਹੈ। ਅਕਾਲ ਚੈਨਲ ਦੇ ਉੱਤੇ ਜਿਹੜੇ ਵੀ ਪ੍ਰੋਗਰਾਮ ਅਸੀਂ ਰੱਖਦੇ ਹਾਂ ਤੁਹਾਡੇ ਸਾਹਮਣੇ, ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਰਿਸਰਚ ਬੇਸਡ ਪ੍ਰੋਗਰਾਮ ਹੋਵੇ, ਜਿਹਦੇ ਵਿੱਚ ਪੂਰੀ ਰਿਸਰਚ ਕਰਕੇ ਅਸੀਂ ਜਿਹੜਾ ਤੁਹਾਡੇ ਸਾਹਮਣੇ ਅਸੀਂ ਰੱਖੀਏ। ਸੋ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਮੁੱਦਾ ਜਿਹੜਾ ਅੱਜ ਦਾ ਅਸੀਂ ਰੱਖਿਆ ਆ, ਅਸੀਂ ਇੱਕ ਲੜੀ ਸ਼ੁਰੂ ਕਰਦੇ ਹਾਂ। ਪਹਿਲੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਕਿ ਸਿੱਖਾਂ ਨੂੰ ਅੰਮ੍ਰਿਤ ਕਿਉਂ ਅਤੇ ਕਦੋਂ ਛਕਣਾ ਚਾਹੀਦਾ, ਅਤੇ ਹੁਣ ਉਸੇ ਲੜੀ ਨੂੰ ਅਸੀਂ ਦੁਬਾਰਾ ਉਸ ਲੜੀ ਨੂੰ ਲੈ ਕੇ ਜਾਂਦੇ ਹੋਏ ਅੱਗੇ ਅਸੀਂ ਅੱਜ ਗੱਲਬਾਤ ਕਰਾਂਗੇ ਕੇਸਾਂ ਬਾਰੇ। ਕੇਸ ਕਿਉਂ ਸਿੱਖਾਂ ਨੂੰ ਰੱਖਣੇ ਚਾਹੀਦੇ ਆ, ਵਾਈ ਸ਼ੁੱਡ ਸਿੱਖਸ ਕੀਪ ਦੈਟ ਹੈ, ਕਿਉਂਕਿ ਵੈਸੇ ਇਹ ਆਮ ਤੌਰ 'ਤੇ ਕਿਹਾ ਜਾਂਦਾ ਇਹ ਗੱਲ ਕਿ ਗੁਰੂ ਸਾਹਿਬ ਨੇ ਕਿਹਾ ਕਿ ਕੇਸ ਗੁਰੂ ਦੇ ਮੋਹਰ ਨੇ, ਅਤੇ ਇਹ ਮੰਨੀ ਵੀ ਜਾਂਦੀ ਹੈ ਗੱਲ। ਪਰ ਅੱਜ ਕੱਲ੍ਹ ਦੇ ਜਿੱਦਾਂ ਦੀ ਹਾਲਤ ਆ, ਅੱਜ ਕੱਲ੍ਹ ਦੇ ਜਿੱਦਾਂ ਸਿਚੁਏਸ਼ਨ ਆ, ਲੋਕੀ ਐਵੀਡੈਂਸ ਮੰਗਦੇ ਆ ਇਹਨਾਂ ਗੱਲਾਂ ਦੀ, ਅਤੇ ਇਸ ਕਰਕੇ ਅਸੀਂ ਐਵੀਡੈਂਸ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨਾ ਹੈਗਾ ਕਿ ਆਖਰ ਗੁਰੂ ਸਾਹਿਬ ਨੇ, ਗੁਰੂ ਸਾਹਿਬ ਦੇ ਸਿੰਘਾਂ ਨੇ, ਸੰਤਾਂ ਨੇ, ਹੋਰ ਕਈ ਲੋਕਾਂ ਨੇ ਕੀ ਇਸ ਦੇ ਉੱਤੇ ਵਿਚਾਰਧਾਰਾ ਕੀਤੀ ਆ। ਸੋ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂ ਕਰੀਏ ਗੁਰੂ ਬਿਲਾਸ ਪਾਤਸ਼ਾਹੀ 10ਵੀਂ ਵੱਲ ਜੇ ਆਪਾਂ ਸ਼ੁਰੂ ਕਰੀਏ ਤਾਂ ਉਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਆ ਕਿ ਬਿਨਾ ਸ਼ਸਤਰ ਕੇ ਸੰਗ ਨਰਗ ਭੇਟ ਜਾਨੋ, ਗਹਿ ਕਾਨ ਤੱਕ ਕਿਤੇ ਲੈ ਸਦਾਨੋ, ਇਹ ਮੋਰ ਆਗਿਆ ਸੁਨੋ ਲੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ। ਗੁਰੂ ਸਾਹਿਬ ਨੇ ਇੱਕ ਹਵਾਲਾ ਦਿੱਤਾ ਆ ਇਹਦੇ ਵਿੱਚ ਕਿ ਉਹ ਕਹਿੰਦੇ ਆ ਕਿ ਬਿਨਾ ਸ਼ਸਤਰ ਤੇ ਕੇਸਾਂ ਤੋਂ ਬਿਨਾਂ ਤੁਸੀਂ ਇੱਕ ਭੇਡ ਬੱਕਰੀ ਹੋ, ਯੂ ਆਰ ਲਾਈਕ ਅ ਸ਼ੀਪ, ਬਿਕਾਜ਼ ਸਮਵਨ ਕੈਨ ਪੁੱਲ ਯੂ ਏ ਐਂਡ ਟੇਕ ਯੂ ਐਨੀ ਵੇ, ਬਿਕਾਜ਼ ਤੁਹਾਡਾ ਕੋਈ ਆਪਣਾ ਰੂਪ ਨਹੀਂ, ਤੁਹਾਡਾ ਕੋਈ ਆਪਣਾ ਧਾਰਨ ਨਹੀਂ, ਤੁਹਾਡਾ ਆਪਣਾ ਕੋਈ ਧਰਮ ਨਹੀਂ। ਅਤੇ ਇਹ ਮੋਰ ਆਗਿਆ ਸੁਨੋ ਲੈ ਪਿਆਰੇ, ਇੱਕ ਮੋਰ ਆਗਿਆ, ਇੱਕ ਸਰਵ ਉੱਚਮ ਇੱਕ ਹੁਕਮ ਆਇਆ ਹੈ ਗੁਰੂ ਸਾਹਿਬ ਤੋਂ ਕਿ ਬਿਨਾਂ ਸ਼ਸਤਰ ਕੇ ਸੰਗ ਦੇਵੋ ਨਾ ਦਿਦਾਰੇ, ਬਿਨਾਂ ਸ਼ਸਤਰਾਂ ਤੋਂ ਅਤੇ ਬਿਨਾਂ ਕੇਸਾਂ ਤੋਂ ਤੁਹਾਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ ਆ। ਸੋ ਇਹ ਇੱਕ ਜਿਹੜੀ ਵੱਡੀ ਗੱਲ ਆ ਪੰਥ ਦੇ ਵਿੱਚ ਅੱਜ ਪ੍ਰਚਾਰਨ ਦੀ ਲੋੜ ਆ ਕਿ ਕਿਉਂ ਇਹ ਗੁਰੂ ਸਾਹਿਬ ਨੇ ਇਹ ਗੱਲ ਕਿਉਂ ਕਹੀ ਸੀ, ਕਿਉਂ ਇਸ ਦੇ ਵਿੱਚ ਇਹ ਮੁੱਦਾ ਬਣਿਆ ਆ, ਕਿਉਂ ਅੱਜ ਕੱਲ੍ਹ ਸਿੱਖ ਜਿਹੜੇ ਆ ਕੇਸ ਨਹੀਂ ਰੱਖਦੇ ਜਾਂ ਸਿੱਖ ਇੱਕ ਕਿਸਮ ਦੇ ਡਰਦੇ ਹੁੰਦੇ ਆ ਕੇਸ ਰੱਖਣ ਨੂੰ। ਸੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਹੋਏ ਜੀ ਜਸਪ੍ਰੀਤ ਸਿੰਘ, ਤੁਸੀਂ ਉਹਨਾਂ ਨੂੰ ਜਾਣਦੇ ਹੋਣੇ ਆ, ਸਿੱਖ ਯੂਥ ਦੇ ਬਹੁਤ ਵੱਡੇ ਮੈਂਬਰ ਆ, ਜਿਹੜੇ ਵੀ ਲੋਕ ਸਿੱਖ ਯੂਥ ਬਾਰੇ ਥੋੜ੍ਹੀ ਵਿੱਚ ਜਿਹੜੇ ਗਿਆਨ ਰੱਖਦੇ ਆ ਜਾਂ ਯੂਨੀਵਰਸਿਟੀ ਦੇ ਵਿੱਚ ਉਹ ਤੁਸੀਂ ਜਾਣਦੇ ਹੋਣੇ ਆ, ਕਈ ਸੰਸਥਾਵਾਂ ਨਾਲ ਜੁੜੇ ਹੋਏ ਆ, ਪਰ ਤਾਂ ਵੀ ਸਿੱਖੀ ਸਰੂਪ ਦੇ ਵਿੱਚ ਪਰਪੱਖਿਆ ਅਤੇ ਸਿੱਖੀ ਦੀਆਂ ਗੱਲਾਂ ਉਹ ਕਰਦੇ ਹੁੰਦੇ ਆ। ਆਓ ਪਹਿਲਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਈਏ ਜੀ, ਅਤੇ ਫਿਰ ਇਸ ਕਾਫਲੇ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਜਸਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਸਪ੍ਰੀਤ ਸਿੰਘ ਜੀ, ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿਹਦੇ ਵਿੱਚ ਅਸੀਂ ਗੱਲਬਾਤ ਕੀਤੀ ਆ ਕਿ ਗੁਰੂ ਸਾਹਿਬ ਨੇ ਸਿੱਧਾ ਸਾਨੂੰ ਦੱਸਿਆ
ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਹੁਕਮ ਦਿੱਤਾ ਕਿ ਬਿਨਾਂ ਸ਼ਾਸਤਰ ਕੇ ਸੰਗ ਦੇਵੋ ਨਾ ਦਿਦਾਰੇ, ਕਿ ਬਿਨਾਂ ਸ਼ਾਸਤਰਾਂ ਤੋਂ ਤੇ ਬਿਨਾਂ ਕੇਸਾਂ ਤੋਂ ਸਾਨੂੰ ਗੁਰੂ ਸਾਹਿਬ ਦੇ ਦਿਦਾਰੇ ਨਹੀਂ ਹੋ ਸਕਦੇ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ। ਇਸ ਦੇ ਬਾਰੇ ਤੇ ਹੋਰ ਤੁਹਾਡੇ ਕੋਲ ਕਿਹੜੇ-ਕਿਹੜੇ ਹਵਾਲੇ ਆ ਇਹਦੇ ਉੱਤੇ ਕਿ ਕੇਸਾਂ ਦੀ ਸੰਭਾਲ ਕਰਨੀ ਤੇ ਕੇਸਾਂ ਨੂੰ ਰੱਖਣਾ ਕਿਉਂ ਜ਼ਰੂਰੀ ਆ ਸਿੱਖ ਵੇ? ਹਾਂਜੀ ਰਾਜਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸ਼ੁਕਰ ਕਰਨਾ ਚਾਹੂੰਗਾ ਕਿ ਮਹਾਰਾਜ ਨੇ ਮੇਰੇ ਵਰਗੇ ਪਾਪੂ ਨੂੰ ਆਪਣੀ ਸਿੱਖੀ 'ਚ ਰੱਖਿਆ ਤੇ ਜੀ ਕੇਸ ਬਖਸ਼ਿਆ। ਤੇ ਮੈਂ ਇੱਕੋ ਹੀ ਗੱਲ ਕਹਿ ਕੇ ਮੈਂ ਸ਼ੁਰੂ ਕਰੂੰਗਾ ਕਿ ਗੁਰੂ ਸਾਹਿਬ ਦਾ ਜੋ ਹੁਕਮ ਆ ਨਾ, ਜੇ ਅਸੀਂ ਮੰਨ ਲਈਏ ਉਹਦੇ ਵਿੱਚ ਸਾਰੀਆਂ ਰਮਜ਼ਾਂ ਆ ਜੀ ਕਿ ਹੁਣ ਜਿੱਦਾਂ ਗੁਰੂ ਸਾਹਿਬ ਜੋ ਸਾਨੂੰ ਕਹਿੰਦੇ ਆ ਕਿ ਕੇਸ ਰੱਖੋ, ਕਿ ਜੇ ਆਪਾਂ ਮੰਨ ਲਈਏ and later on we will realize actually how blissful this hukum is। ਜਿੱਦਾਂ ਕਹਿੰਦੇ ਕਿ ਜੈਸੇ ਕੇਲੇ ਕੀ ਬਾਤ ਬਾਤ ਮੇਂ ਬਾਤ, ਤੈਸੇ ਗੁਰ ਕੀ ਬਾਤ ਬਾਤ ਮੇਂ ਬਾਤ। ਤੇ ਗੁਰੂ ਸਾਹਿਬ got such deep, they are the ultimate ਹੈ ਨਾ, ਮਹਾਰਾਜ ਦਾ ultimate। ਜੀ ਸੋ ਉਹੀ ਗੱਲ ਆ ਕਿ ਅਸੀਂ ਬੜੇ ਕਰਮਾਂ ਵਾਲੇ ਆ ਗੁਰਸਿੱਖ ਕਿ ਜਿਹੜੇ ਕੇਸਾਧਾਰੀ ਆ। ਤੋ ਜੇ ਅਸੀਂ ਇਤਿਹਾਸ ਨੂੰ ਵਾਚੀਏ, ਪਹਿਲਾਂ ਇਤਿਹਾਸ 'ਚ ਸਾਰੇ ਕੇਸ ਰੱਖਦੇ ਸੀਗੇ ਤੇ ਹੌਲੀ ਹੌਲੀ ਮਨਾਉਣ ਲੱਗ ਪਏ। ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਨੇ ਅਕਾਲ ਪੁਰਖ ਸਾਹਿਬ ਆਪ ਹੀ ਜਿੱਦਾਂ ਪਰਮੇਸ਼ਰ ਬਣ ਕੇ ਆਏ ਸੀ ਤੇ ਉਹਨਾਂ ਨੇ ਸਾਰਾ ਕੁਝ ਬਦਲਣਾ ਸੀ, ਬੈਕ ਟੂ ਬੇਸਿਕਸ ਲੈ ਕੇ ਜਾਣਾ ਸੀਗਾ। ਤੇ ਸ਼ੁਕਰ ਵਾਹਿਗੁਰੂ ਦਾ ਕਿ ਮਹਾਰਾਜ ਨੇ ਕਿਹਾ ਕਿ ਕੇਸ ਤੁਹਾਡੀ ਮੋਹਰ ਆ, ਕਿ ਕੇਸਾਂ ਤੋਂ ਬਗੈਰ ਕੇਸ ਗੜ ਤੇ ਜਿੱਦਾਂ ਖਾਲਸਾ ਸਾਜਿਆ ਗਿਆ, ਤੇ ਕੇਸਾਂ ਤੋਂ ਬਗੈਰ ਅਸੀਂ ਕੁਝ ਨਹੀਂ ਆ। ਤੇ ਇਹਦੇ ਵਿੱਚ ਆਪਾਂ ਕਿੰਨੀਆਂ ਗੱਲਾਂ ਕਰ ਸਕਦੇ ਆ, ਆਪਾਂ ਇਤਿਹਾਸਿਕ ਪੱਖ ਵੀ ਦੇਖ ਸਕਦੇ ਆ, ਆਪਾਂ ਹੋਰ ਡਿਫਰੈਂਟ ਧਰਮਾਂ ਦੇ ਵਿੱਚ ਕੇਸਾਂ ਦੀ ਅਹਿਮੀਅਤ ਵੀ ਦੇਖ ਸਕਦੇ ਆ। ਫਿਰ ਆਪਾਂ ਕਿ ਅੱਜ ਦੇ ਸਮੇਂ 'ਚ ਅਜੋਕੇ ਸਮੇਂ 'ਚ ਕੀ ਹੁੰਦਾ ਆ ਉਹਦੇ ਬਾਰੇ ਵੀ ਆਪਾਂ ਬਾਤ ਸਕਦੇ ਆ। ਪਰ ਮੈਂ ਆਹੀ ਗੱਲ ਕਹਿਣਾ ਚਾਹੂੰਗਾ ਅਗੇਨ ਕਿ ਗੁਰੂ ਸਾਹਿਬ ਦਾ ਹੁਕਮ ਜੇ ਆਪਾਂ ਮੰਨ ਲਈਏ, it's beyond all knowledge, it's beyond like all different things। obeying the hukum of the guru is the ultimate love which we Gursikh can show to Maharaj। ਜੀ ਬਿਲਕੁਲ ਜੀ। ਗੁਰੂ ਸਾਹਿਬ ਦਾ ਪਿਆਰਾ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਦੇ ਸਵਈਆਂ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਜਿਹੜਾ ਵੀ ਬੰਦਾ ਅਸਲ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਪ੍ਰੀਤ ਜੋੜਿਆ ਹੋਵੇ, ਜਿਹੜਾ ਵੀ ਬੰਦਾ ਗੁਰੂ ਸਾਹਿਬ ਦੇ ਨਾਲ ਇੱਕ ਲਵ ਜਿਹੜਾ ਪੈਦਾ ਕਰਦਾ, ਉਹੀ ਬੰਦਾ ਫਿਰ ਕਿਉਂ ਗੁਰੂ ਸਾਹਿਬ ਦਾ ਫਿਰ ਹੁਕਮ ਮੋੜੂਗਾ? ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਅਸੀਂ ਖਾਲਸਾ ਰੂਪ ਦੇ ਵਿੱਚ ਅਸੀਂ ਰਹਿਣਾ ਆ। ਅਸੀਂ ਇਹ ਨਹੀਂ ਕਰਨਾ ਕਿ ਅਸੀਂ ਆਪਣੀ ਮਨਮਤ ਦੇ ਵਿੱਚ ਅਸੀਂ ਪੈਣਾ। ਅਸੀਂ ਪੂਰੀ ਕੋਸ਼ਿਸ਼ ਕਰਨੀ ਆ ਕਿ ਜਿੱਥੇ ਵੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਗੁਰੂ ਸਾਹਿਬ ਦਾ ਹੁਕਮ ਮੰਨੀਏ। ਸੋ ਸਾਡੇ ਕੋਲ ਇੱਕ ਵੀਡੀਓ ਹੈਗੀ ਆ ਜੀ, ਇਹ ਵੀਡੀਓ ਹੈਗੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ। ਆਪਾਂ ਕਹਿ ਸਕਦੇ ਹਾਂ ਕਿ 20ਵੀਂ ਸਦੀ ਦੇ ਉਹ ਮਹਾਨ ਜਰਨੈਲ ਸੀ। 20ਵੀਂ ਸਦੀ ਦੇ ਇਹੋ ਜਿਹਾ ਸਿੱਖ ਜਿਹੜਾ ਆ, ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹਾ ਕੋਈ ਹੋਰ ਸਿੱਖ ਹੈਗਾ ਸੀ ਦੁਨੀਆ ਦੇ ਉੱਤੇ ਜਿਨ੍ਹਾਂ ਨੇ ਪੰਥ ਵਾਸਤੇ ਸ਼ਹੀਦੀ ਵੀ ਦਿੱਤੀ ਆ। ਪਰ ਸਰਬ ਉੱਚ ਜਿਹੜਾ ਸਾਨੂੰ ਦੇਖਣਾ ਚਾਹੀਦਾ, ਉਹਨਾਂ ਦੀ ਜਿਹੜੇ ਵਿੱਦਿਆ ਸੀਗੀ ਉਹ ਕਿਸ ਥਾਂ ਤੇ ਪਹੁੰਚੀ ਹੋਈ ਸੀ। ਸੋ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਹੋਇਆ, ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਈ ਤੱਤ ਵੀ ਦੱਸੇ ਹੋਏ ਵਾ ਕਿ ਆਖਰ ਜਿਹੜਾ ਵੀ ਬੰਦਾ ਹੈਗਾ ਉਹ ਸਿੱਖੀ ਸਰੂਪ ਦੇ ਵਿੱਚ ਪਹਿਲਾਂ ਜੰਮਦਾ ਆ ਤੇ ਫਿਰ ਉਹ ਦੂਜੇ ਧਰਮਾਂ ਦੇ ਵਿੱਚ ਜਾ ਕੇ ਕਿਉਂਕਿ ਉਹ ਆਪਣੀ ਬਾਡੀ ਨੂੰ ਚੇਂਜ ਕਰਦਾ। ਆਓ ਦੇਖੀਏ ਵੀਡੀਓ। ਸਿੱਖ ਮੁੱਢ ਕਿਵੇਂ ਹੈ? 33 ਕਰੋੜ ਦੇਵਤਾ, 9 ਕਰੋੜ ਦੇਵੀ ਹੈ, 1.25 ਲੱਖ ਪੈਗੰਬਰ ਹੈ, 84 ਸਿੱਧ ਹੈ, 52 ਵੀਰ ਹੈ, 6 ਜਤੀ ਹੈ, 9 ਨਾਥ ਹੈ, 64 ਜੋਗਣੀਆਂ, 45 ਪਰਮ ਦੈਂਤ ਹੈ ਤੇ 10 ਗੁਰੂ ਸਾਹਿਬਾਨ ਹਨ। ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਦੇ ਕਿਸੇ ਨੇ ਪੜ੍ਹਿਆ ਕਿਸੇ ਦੇ ਕੇਸ ਕੱਟੇ ਆ? ਸਭ ਕੇਸਾਂ ਧਾਰੀ ਹੈ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਤੇ ਦੜ। ਹਿੰਦੂ ਦੀ ਨਿਸ਼ਾਨੀ ਹੈ ਟੋਪੀ, ਚੋਟੀ ਤੇ ਕਖਾਈ ਧੋਤੀ, 12 ਤਿਲਕ ਮੱਥੇ, ਨੱਕ, ਠੋਡੀ, ਛਾਤੀ, ਕੱਛਾਂ, ਗੱਲਾਂ, ਕੰਨਾਂ, ਗਿੱਚੀ ਤੇ ਤਾਲੂਏ ਵਿੱਚ 9 ਤਾਗਿਆਂ ਦਾ ਜਨੇਊ, ਸ਼ਿਵਲਿੰਗ ਦੀ ਚਰਨਾਮਤ ਲਵੇ, ਗੀਤਾ ਦਾ ਪਾਠੀ ਹੋਵੇ, ਤੰਬਾਕੂ ਨਾ ਪੀਵੇ, ਉਸ ਹਿੰਦੂ ਨੂੰ ਮੈਂ ਆਪਣਾ ਭਰਾ ਸਮਝਦਾ। ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ, ਵੈਸੇ ਹਿੰਦੂ ਨਹੀਂ, ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ। ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ, ਇਹਨਾਂ ਦੀ ਮਰਜ਼ੀ ਹੈ। 4 ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, 52 ਉਪਨਿਸ਼ਦਾਂ, 9 ਵਿਆਕਰਨ, 11 ਵੀ ਮੰਨੀਆਂ ਲੋਕਾਂ ਨੇ ਪਰ 9 ਪ੍ਰਚਲਿਤ ਹੈ। ਕਿਸੇ ਵਿੱਚ ਹਿੰਦੂ ਅੱਖਰ ਨਹੀਂ ਤੁਹਾਨੂੰ ਮਿਲੇਗਾ। ਬ੍ਰਾਹਮਣ ਤੇ ਬ੍ਰਹਮਣ ਇਹ ਅੱਖਰ ਤਾਂ ਮਿਲਣਗੇ, ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ, ਸਾਰੇ ਕਹਿੰਦੇ ਹਿੰਦੂ ਹੈ। ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣ, ਇਹਨਾਂ ਗੱਲਾਂ ਦਾ ਸਬੂਤ ਦੇਣ। ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ। ਇਸ ਵਾਸਤੇ ਮੁਸਲਮਾਨ ਵੀ ਕੈਂਚੀ ਨਾਲ ਬਣਦਾ ਤੇ ਹਿੰਦੂ ਵੀ ਕੈਂਚੀ ਨਾਲ ਬਣਦਾ। ਜਿਹੋ ਜਿਹੇ ਮਾਤਾ ਦੇ ਉਹਦੇ ਵਿੱਚੋਂ, ਮਾਤਾ ਦੇ ਪੇਡੇ ਵਿੱਚੋਂ ਜੰਮੇ ਹੈ, ਜੇ ਉਹੋ ਜਿਹੇ ਰਹੀਏ
ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ। ਸ਼ੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ ਇਹ ਕਹਿ ਕੇ ਨਹੀਂ ਕਿਸੇ ਨੂੰ ਬੁਲਾਇਆ ਜਾ ਸਕਦਾ। ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ, ਸ਼ਕਤੀ ਦੇ ਕੁਦਰਤ ਮੁਤਾਬਕ ਅਸੂਲ ਮੁਤਾਬਕ ਸਾਰੇ ਸਿੱਖ ਪਿੱਛੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਹੈ। ਬਾਕੀ ਕੈਂਚੀ ਤੇ ਪਛਨਾ ਦੁਵਿਧਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ। ਕਿਰਪਾਨ ਏਕਤਾ ਦੀ ਪ੍ਰਤੀਕ ਹੈ। ਇਤਿਹਾਸਕ ਤੱਤ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਕੈਂਚੀ ਤੇ ਪਛਨੇ ਨਾਲ ਮੂੰਹ ਸਿਰ ਮੁੰਨ ਦਈਏ ਤੇ ਹਿੰਦੂ ਪ੍ਰਤੀਤ ਹੁੰਦਾ। ਕੈਂਚੀ ਪਛਨੇ ਨਾਲ ਲਾਵਾਂ ਕੱਟ ਕੇ ਸੁਨਤ ਕਰ ਦਈਏ ਤੇ ਮੁਸਲਮਾਨ ਬਣ ਜਾਂਦਾ। ਤੇ ਕੈਂਚੀ ਪਛਨੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾਇਆ ਰਹਿਣ ਦੀਏ ਤੇ ਸਿੱਖ ਹੈ। ਤੇ ਗਾਤਰੇ ਕਿਰਪਾਨ ਪਾ ਲਈਏ ਤੇ ਸਿੰਘ ਹੈ। ਕੈਂਚੀ ਪਛਨੇ ਨਾਲ ਕੱਟੇ ਹੋਏ ਕੇਸ ਦਾੜਾ ਨਾਈ ਦੀ ਗੰਦੀ ਨਾਲੀ 'ਚ ਜਾਂਦੇ ਹੈ। ਤੇ ਕਿਰਪਾਨ ਦੇ ਨਾਲ 5 ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾਇਆ ਗਿਆ। ਤੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾ ਕੇ ਅੰਮ੍ਰਿਤ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਇਕੱਲਾ, ਬਲਕਿ ਗੁਰੂ ਦਾ ਮਾਲਕ ਬਣ ਗਿਆ। ਗੁਰੂ ਦੇ ਸ਼ਬਦਾਂ ਮੁਤਾਬਕ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਇਸ ਵਾਸਤੇ ਕਿਰਪਾਨ ਏਕਤਾ ਦੀ ਪ੍ਰਤੀਕ ਹੈ। ਕੈਂਚੀ ਤੇ ਪਛਨਾ ਦੁਵਿਧਾ ਤੇ ਫਿਰਕਾ ਪ੍ਰਸਤੀ ਦੀ ਪ੍ਰਤੀਕ ਹੈ। ਚਾਹੇ ਕੋਈ ਕ੍ਰਿਸਚਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਅੰਗਰੇਜ਼ ਹੈ। ਸੋ ਇਹਨਾਂ ਦੇ ਸਾਹਮਣੇ ਇਹ ਤੱਥ ਰੱਖ ਦਿਓ। ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ ਹੈ, ਜੇ ਤੁਸੀਂ ਉਹੋ ਜਿਹੇ ਰਹੋ ਤੇ ਫਿਰ ਤੁਹਾਨੂੰ ਲੋਕ ਕੀ ਕਹਿਣਗੇ? ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ। ਸੋ ਸੰਗਤ ਜੀ, ਤੁਸੀਂ ਇਹ ਵੀਡੀਓ ਦੇਖੀ ਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਵੀਡੀਓ ਆ। ਉਹਨਾਂ ਨੇ ਸਿੱਧਾ ਕਲੀਅਰ ਕੱਟ ਤੇ ਨਾਲ ਉਹਨਾਂ ਨੇ ਇਤਿਹਾਸਿਕ ਤੱਤ ਵੀ ਦਿੱਤੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਬੰਦਾ ਜੰਮਦਾ ਸਿੱਖ ਇਸ ਰੂਪ ਦੇ ਵਿੱਚ ਆ। ਇੱਕ ਕਹਾਵਤ ਆ ਪੰਜਾਬੀ ਦੇ ਵਿੱਚ, ਲੋਕੀ ਕਹਿੰਦੇ ਆ ਕਿ ਜਿਹੜਾ ਬੰਦਾ ਜੰਮਦਾ ਆ ਉਹਨੂੰ ਉਸੇ ਤਰ੍ਹਾਂ ਰਹਿਣਾ ਚਾਹੀਦਾ। ਤੇ ਪਰ ਇਹ ਜਿਹੜਾ ਸਿੱਖੀ ਸਰੂਪ ਆ, ਇਹ ਸਹੀ ਮਾਇਨਿਆਂ ਦੇ ਵਿੱਚ ਬੰਦਾ ਉੱਦਾਂ ਦਾ ਹੀ ਆ ਜਿਹੜਾ ਜੰਮਦਾ ਆ ਤੇ ਉਸ ਰੂਪ ਦੇ ਵਿੱਚ ਰਹਿੰਦਾ। ਜਿਹੜਾ ਬੰਦਾ ਜੰਮਦਾ ਆ ਤਾਂ ਫਿਰ ਬਾਅਦ ਚੋਂ ਕੇਸ ਕੱਟਦਾ ਜਾਂ ਉਹ ਕੋਈ ਹੋਰ ਕਰਮਕਾਂਡ ਦੇ ਚੱਕਰ ਦੇ ਵਿੱਚ ਪੈ ਜਾਂਦਾ ਤੇ ਉਹ ਫਿਰ ਸਿੱਖ ਨਹੀਂ ਬਣਦਾ, ਉਹ ਕੁਛ ਹੋਰ ਹੀ ਬਣ ਜਾਂਦਾ। ਸੋ ਸੰਗਤ ਜੀ, ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਆ ਤੇ ਅੱਜ ਦਾ ਜਿਹੜਾ ਵਿਸ਼ਾ ਆ, ਓਬਵੀਅਸਲੀ ਕਈ ਟਾਈਮਸ ਦੇ ਉੱਤੇ ਗੱਲਾਂ ਚੁੱਭ ਜਾਂਦੀਆਂ, ਕਈ ਟਾਈਮਸ ਦੇ ਉੱਤੇ ਗੱਲਾਂ ਹੋਰ ਤਰ੍ਹਾਂ ਲੱਗ ਜਾਂਦੀਆਂ। ਸੰਗਤ ਜੀ, ਬਿਲਕੁਲ ਸਾਡੀ ਕੋਈ ਗੱਲ ਦਾ ਮਾਈਂਡ ਨਾ ਕਰਿਓ। ਅਸੀਂ ਇਹ ਜਿਹੜੀ ਗੱਲ ਆ, ਇਹ ਸਿੱਖੀ ਸਰੂਪ, ਸਿੱਖੀ ਸਿਧਾਂਤ ਦੇ ਨਾਲ ਗੱਲ ਜੁੜੀ ਹੋਈ ਵਾ, ਇਸ ਕਰਕੇ ਅਸੀਂ ਇਹ ਗੱਲ ਛੇੜੀ ਆ। ਮਾਈਂਡ ਨਾ ਕਰਿਓ ਕਿਸੇ ਗੱਲ ਦੀ। ਮੈਂ ਮਾਫੀ ਚਾਹੁੰਦਾ ਜੇ ਕਿਸੇ ਨੂੰ ਇਹ ਗੱਲ ਜਿਹੜੀ ਆ ਚੁੱਭੀ ਆ ਜਾਂ ਕਿਸੇ ਨੂੰ ਇਹ ਗਲਤ ਲੱਗਿਆ। ਪਰ ਸੰਗਤ ਜੀ, ਕਈ ਵਾਰੀ ਇੱਦਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਕਰਨੀਆਂ ਚਾਹੀਦੀਆਂ, ਕਿਉਂਕਿ ਇੱਦਾਂ ਦੀਆਂ ਗੱਲਾਂ ਦੇ ਵਿੱਚੋਂ ਇੱਕ ਲੈਸਨ ਮਿਲਦਾ ਹੈ, ਇੱਕ ਸਬਕ ਮਿਲਦਾ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਅਸੀਂ ਆਖਰ ਕੀ ਕਰ ਰਹੇ ਹਾਂ। ਸੋ ਜਸਪ੍ਰੀਤ ਸਿੰਘ ਜੀ, ਜੇ ਆਪਾਂ ਅੱਗੇ ਗੱਲ ਕਰੀਏ ਤਾਂ ਓਬਵੀਅਸਲੀ ਤੁਸੀਂ ਸੰਤਾਂ ਦੇ ਵੀ ਤੁਸੀਂ ਬਚਨ ਸੁਣਿਆ। ਤੁਹਾਡੀ ਰਿਸਰਚ ਵੀ ਜਿਹੜੀ ਆ, PhD ਦੀ ਜਿਹੜੀ ਤੁਸੀਂ ਰਿਸਰਚ ਕਰ ਰਹੇ ਆ, ਉਹ ਵੀ ਕੇਸਾਂ ਦੇ ਉੱਤੇ ਆ ਕਿ ਕੇਸਾਂ ਕਿੱਧਰੋਂ ਆਏ ਆ, ਕੀ ਉਹਨਾਂ ਦਾ ਮਹੱਤਤਾ ਆ ਤੇ ਕੀ ਉਹਨਾਂ ਦਾ ਜਿਹੜਾ ਸਹੀ ਦੇ ਵਿੱਚ ਉਹਨਾਂ ਦਾ ਨਿਚੋੜ ਕੀ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਸੰਤਾਂ ਦਾ ਹਜੇ ਵੀ ਅਸੀਂ ਬਹੁਤ ਸ਼ੁਕਰ ਕਰਦੇ, ਸਾਰੇ ਨਵੇਂ ਨੌਜਵਾਨ ਸਿੱਖ ਆ। ਮੈਨੂੰ ਹਜੇ ਵੀ ਚੇਤਾ ਸੰਤਾਂ ਦੇ ਜਿਹੜੇ ਅੱਖਰ ਆ ਨਾ, ਉਹ ਹਮੇਸ਼ਾ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਰਹਿੰਦੇ। ਸੋ ਸ਼ਹੀਦਾਂ ਨੂੰ ਸ਼ਰਧਾਂਜਲੀ ਤੇ ਪ੍ਰਣਾਮ ਆ। ਤੇ ਕੇਸਾਂ ਬਾਰੇ ਜਿੱਦਾਂ ਆਪਾਂ ਕਹਿ ਸਕਦੇ, ਕੇਸ ਜਿਹੜਾ ਅੱਖਰ ਆ ਉਹ ਕੇ ਤੇ ਸ, ਇਹ 2 ਅੱਖਰਾਂ ਤੋਂ ਬਣਿਆ ਆ। ਤੇ ਉਹਦਾ ਮਤਲਬ ਹੈਗਾ ਜੋਤੀ। ਜੋਤੀ ਦਾ ਮਤਲਬ ਇਟਸ ਲਾਈਟ। So it's very important to understand that Akal Purkh Vaheguru have given us their own form. So the natural form which is given to human by Akal Purkh Vaheguru is that of a Sikh. It's very important that Guru Gobind Singh Ji Pasha, Guru Nanak Dev Ji Pasha and our Pashas, so they told the Sai to be as you are. ਪਹਿਲਾਂ ਕਿਉਂਕਿ ਜਿਹੜੀ ਹਿਊਮਨ ਫਾਰਮ ਹੈ, it was getting diluted bit by bit. Then Akal Purkh Sahib have to come by themselves and actually change the course and say, be a Kesadari. So ਜੇ ਆਪਾਂ ਕੇਸਾਂ ਦੀ ਗੱਲ ਕਰੀਏ, ਇਹਦੇ ਪਿੱਛੇ ਫਿਲਾਸਫੀ, ਇਹਦੇ ਪਿੱਛੇ ਜੇ ਆਪਾਂ ਡੂੰਘਾਈ 'ਚ ਜਾਈਏ, ਇਟਸ ਵੈਰੀ ਵੈਰੀ ਡੀਪ। ਹੁਣ ਮੈਂ ਕਈ ਆਥਰਸ ਨੂੰ ਪੜ੍ਹਦਾ ਸੀਗਾ, ਖਾਸ ਕਰਕੇ ਵੈਸਟਰਨ ਆਥਰਸ ਨੂੰ ਜਦੋਂ ਮੈਂ ਪੜ੍ਹਿਆ, ਤੇ the idea about being outcast, the idea about being you are within everyone but you're still outside everyone. So that was resonating, that actually being a Gursikh, you're within everyone if you're Kesadari, but still you're out of everyone as well, because this uniform makes us feel that we're connected with. But then the other very important idea was about rebellion. So most of the people who rebel, most of the people who overturn the so-called status quo are people who were hairy. So back in the days. ਪਰ ਇਹਦੇ ਹੁਣ ਮੈਂ ਤੁਹਾਨੂੰ ਥੋੜੇ ਹਿਸਟੋਰੀਕਲ ਤੱਥ ਦਊਂਗਾ। ਜੇ ਕ੍ਰਿਸਚੀਅਨਿਟੀ
ਜੀਸਸ ਦੇ ਉਹਨਾਂ ਦੇ ਲੰਬੇ ਲੰਬੇ ਕੇਸ ਸੀਗੇ ਤੇ ਤੁਸੀਂ ਫੋਟੋਆਂ ਵਿੱਚ ਵੀ ਦੇਖ ਸਕਦੇ ਆ ਸਾਰੇ ਪਾਸੇ ਬਟ ਇਟ ਕੇਮ ਟੂ ਅ ਪੁਆਇੰਟ ਜਦੋਂ ਥੋੜੇ ਜਿਹੇ ਜਿਹੜੇ ਪੋਪ ਦੇ ਸਟਾਰਟਡ ਪ੍ਰੀਚਿੰਗ ਦੈਟ ਯੂ ਸ਼ੁਡ ਕੱਟ ਹੇਅਰ ਫॉर Yeah. ਐਗਜ਼ਾਮਪਲ ਸੇਂਟ ਇਸ ਫਿਰ ਉਥੋਂ ਹੇਅਰ ਕਟਿੰਗ ਜਿੱਦਾਂ ਸ਼ੁਰੂ ਹੋਈ ਕ੍ਰਿਸਚੀਅਨਿਟੀ ਦੇ ਵਿੱਚ ਈਵਨ ਇੰਗਲੈਂਡ ਦੇ ਵਿੱਚ ਇੱਕ ਰਾਜਾ ਸੀਗਾ ਉਹਨੇ ਫੇਕ ਕੇਸ ਕਤਲ ਕਰਾਉਣੇ ਸ਼ੁਰੂ ਕਰਤੇ ਉਹਨੇ ਆਪ ਕਤਲ ਕਰਾਏ then after that everyone started looking and started getting their ਕਤਲ case as well but if you look at Islam ਉਹਨਾਂ ਦੇ ਵਿੱਚ ਵੀ ਜੇ ਤੁਸੀਂ ਪੈਗੰਬਰ ਮੁਹੰਮਦ ਜੀ ਨੂੰ ਦੇਖੋ ਉਹਨਾਂ ਦੇ ਵੀ ਕੇਸ ਲੰਬੇ ਲੰਬੇ ਸੀਗੇ ਐਂਡ ਇੰਟਰਸਟਿੰਗਲੀ ਉਹਨਾਂ ਦੇ ਕੇਸਾਂ ਚੋਂ ਸੁਗੰਧੀ ਬਹੁਤ ਵਧੀਆ ਆਉਂਦੀ ਹੁੰਦੀ ਸੀ ਤੇ ਜੇ ਜੂਸ ਵੱਲ ਦੇਖੀਏ ਜੂਸ ਦੀਆਂ ਸਾਖੀਆਂ ਮੋਜ਼ੇਸ ਉਹ ਵੀ ਕੇਸਾਧਾਰੀ ਸੀਗੇ ਤੇ ਇੱਕ ਹੋਰ ਸਾਖੀ ਆ ਉਹ ਸੈਮਸਨ ਦੀ ਸਾਖੀ ਆ ਤੇ ਉਹਦੇ ਵਿੱਚ ਉਹ ਬੰਦਾ ਇੰਨਾ ਤਕੜਾ ਹੁੰਦਾ ਹਨਾ ਤੇ ਉਹ ਕੋਈ ਉਹਨੂੰ ਕੌਂਕਰ ਨਹੀਂ ਕਰ ਸਕਦਾ ਫਿਰ ਦੁਸ਼ਮਣਾਂ ਨੇ ਚਾਲ ਚੱਲੀ ਫਿਰ ਉਹਨਾਂ ਨੇ ਇੱਕ ਕੁੜੀ ਲੱਭੀ ਉਹਨੇ ਕਹਿੰਦੇ ਜਾ ਕੇ ਪੁੱਛ ਤੇਰੀ ਸਾਰੀ ਤਾਕਤ ਕਿੱਥੇ ਆ ਫਿਰ ਉਹਨੇ ਦੱਸਿਆ ਕਹਿੰਦਾ ਮੇਰੀ ਸਾਰੀ ਤਾਕਤ ਤਾਂ ਕੇਸਾਂ ਦੇ ਵਿੱਚ ਆ ਫਿਰ ਉਹਨੇ ਮੈਨੂੰ ਲੱਗਦਾ ਕੋਈ ਲੱਟ ਲਾਈ ਜਾਂ ਕਿਸੇ ਤਰ੍ਹਾਂ ਉਹਦੇ ਕੇਸ ਕਤਲ ਕਰਾਏ ਫਿਰ ਉਹ ਰਾਜ ਪਲਟ ਗਿਆ ਸੋ ਇਦਾਂ ਹੀ ਹਿੰਦੂਇਜ਼ਮ ਦੇ ਵਿੱਚ ਪਿਛਲੀ ਜਦ ਆਪਾਂ ਇਤਿਹਾਸ ਵਾਚੀਏ ਮੈਨੂੰ ਨਾਮ ਵਿਸਰ ਗਿਆ ਜੀ ਮੈਨੂੰ ਮਾਫ ਕਰਨ ਸੰਗਤਾਂ ਤੇ ਉਹਦੇ ਵਿੱਚ ਵੀ ਇੱਕ ਬ੍ਰਾਹਮਣ ਸੀਗਾ ਤੇ ਉਹਦੇ ਕੇਸ ਕਤਲ ਕਰਵਾਏ ਗਏ ਕਿਉਂਕਿ ਉਹ ਸੱਚ ਤੇ ਖੜਾ ਹੁੰਦਾ ਸੀਗਾ ਫਿਰ ਉਸ ਤੋਂ ਬਾਅਦ ਹੁਕਮ ਜਾਰੀ ਕਰ ਦਿੱਤਾ ਹੈ ਕਿ ਸਾਰਿਆਂ ਦੇ ਕੇਸ ਕਤਲ ਕੀਤੇ ਜਾਣ ਕਿ ਤਾਂ ਕਿ ਜਿਹੜੀ ਉਹਦੀ ਰਾਜ ਸੱਤਾ ਆ ਉਹਨੂੰ ਅੱਗੇ ਵਧਾਇਆ ਜਾਵੇ ਤਾਂ ਆਹੀ ਗੱਲ ਜਦੋਂ ਮਹਾਰਾਜ ਕਹਿੰਦੇ ਆ ਬਿਨਾਂ ਕੇਸਨ ਸ਼ਸਤਰੰਗ ਨਰੰਗ ਭੇਡ ਜਾਣੋ so this idea about conformity lies within cutting your hair ਜੀ so when we cut our hair so we basically become part of the creed and interestingly according to research not only ਆਪਣੇ Gursikhs but according to the research of the Western people as well so this idea about being getting controlled easily very rapidly and quickly comes through this actually the people who cut their hair they're easy to control so they're easy to socially conform so ਇਹ ideas ਬਹੁਤ powerful ਆ ਤੇ ਉਹੀ ਗੱਲ ਹੈ ਕਿ ਪਰ ਵਾਹਿਗੁਰੂ ਦਾ ਮਹਾਰਾਜ they give whole of the package of Gursikh as a treasure but if you obey it then it's so blissful so ਇਹ ਸਾਰੇ ਜਿੱਦਾਂ ਧਰਮਾਂ ਦੇ ਵਿੱਚ ਵੀ ਹੇਅਰ ਕੇਸਾਂ ਦਾ ਬਹੁਤ ਜ਼ਿਆਦਾ ਸਿਗਨੀਫੀਕੈਂਸ ਆ ਬਟ ਪਰਸਨਲੀ ਜੇ ਦੇਖਿਆ ਜਾਵੇ ਔਨ ਦਾ ਸਪਿਰਿਚੁਅਲ ਸਾਈਡ ਜਦੋਂ ਆਪਾਂ ਨਾਮ ਸਿਮਰਨ ਕਰਦੇ ਆ ਅਭਿਆਸ ਕਰਦੇ ਆ ਬੰਦੇ ਨੂੰ ਫੀਲ ਹੁੰਦਾ ਆ ਵੀ ਫੀਲ ਹੈ that the power is getting the case so we started feeling they are like the powerhouse of our body ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ ਆ ਗੁਰਮੁਖ ਰੋਮ ਰੋਮ ਹਰ ਧਿਆਵੈ ਕਿ ਜਿਹੜਾ ਗੁਰਮੁਖ ਆ ਉਹਦੇ ਰੋਮਾਂ ਦੇ ਵਿੱਚ ਵੀ ਜਿਹੜਾ ਵਾਹਿਗੁਰੂ ਦਾ ਸਿਮਰਨ ਹੁੰਦਾ ਐਂਡ ਆਈ ਥਿੰਕ ਦੈਟਸ ਦ ਕਾਈਂਡ ਆਫ ਆਈਡੀਆ ਦੈਟ ਯੂ ਆਰ ਟਾਕਿੰਗ ਅਬਾਊਟ ਐਜ਼ ਵੈਲ No, of course, Fadi. And another idea, very important. So most of the people ask us Gursikhs, why do you keep our hair? Like question that ਬਣਦਾ ਨਹੀਂ ਕੋਈ ਜੀ ਅਸੀਂ ਕਿੱਥੋਂ ਰੱਖਦੇ ਹਾਂ so Almighty gives us hair you know what I mean it's a completely different paradigm so most of the Gursikhs who are Kesatari especially in Punjab ਜਦੋਂ ਮੈਂ ਪੰਜਾਬ ਚ ਹੁੰਦਾ ਸੀਗਾ so we get questioned quite a lot why do you keep your hair God you look ugly and all that stuff but the idea is actually Maharaj gives us hair why do you cut your hair so when we ask that question and throw it back and I don't want to sound bad but the answers which I get are really confusing so if Maharaj blesses us with hair so it's a very big history very big spiritual scientific like all different elements behind it political aspect as well so but a question so when this kind of question comes we need to humbly ask actually ਕਿ ਹਾਂ ਵੀ ਆਪਾਂ ਕੱਟ ਕਿਉਂ ਕਰਦੇ ਆ ਉਹ ਮੇਨ ਗੱਲ ਹੈ ਕਿ ਆਪਾਂ ਉਹ ਜੜ ਤੱਕ ਪਹੁੰਚ ਗਏ ਫਿਰ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਨੌਜਵਾਨਾਂ ਨੂੰ ਖਾਸ ਕਰਕੇ ਪਤਾ ਲੱਗਣ ਲੱਗ ਪੂਗਾ Yeah, bilkul. And just a very good side note as well to that. Obviously, Sikh Panth de vich shanka karan wale bahut hai. Unfortunately, just like there is in any other religion, there are people from outside who question you, and there are also people who are inside and they still question you. ਇੱਕ ਜਿਹੜੀ ਗੱਲ ਆ ਜੁੜੀ ਜਾਂਦੀ ਆ ਸਿੱਖ ਪੰਥ ਦੇ ਨਾਲ ਲੋਕੀ ਕਹਿੰਦੇ ਆ ਕਿ ਜੇ ਤੁਸੀਂ ਵਾਲ ਨਹੀਂ ਕੱਟਦੇ ਤੇ ਫਿਰ ਤੁਸੀਂ ਨੌ ਕਿਉਂ ਕੱਟਦੇ ਆ ਤੇ ਇਹਦੇ ਵਿੱਚ ਵੱਖਰਾ ਪੈਰਾਡਾਈਮ ਆ ਇਟਸ ਅ ਕੰਪਲੀਟਲੀ ਡਿਫਰੈਂਟ ਸ਼ਿਫਟ ਜਸਟ ਟੂ ਆਨਸਰ ਦਿਸ ਕੁਐਸਚਨ ਐਜ਼ ਵੈਲ ਸੰਗਤ ਜੀ ਦ ਮੇਨ ਥਿੰਗ that needs to be highlighted here is what you're looking at is when you have your nails and they elongate so when they go past your finger and they've gotten longer you'll notice that the color seems to change on the front the reason is because they're dead cells right you're going to get rid of dead things when you comb your hair jo tusi case vaunde a
ਤਾਂ ਜੋ ਤੁਸੀਂ when you comb your hair with a kanga hopefully as well, when you comb your hair, then you're removing the dead ball that have left your skull, and it's the same way to keep your hair clean. In the same way you keep your nails clean by ensuring that the dead cells have been removed. ਜਦੋਂ ਕਿਸੇ ਬੰਦੇ ਦੇ ਭੋਗ ਤੇ ਆਪਾਂ ਜਾਂਦੇ ਆ, we make sure that the body is taken care of and then it is burnt. In the same way, when Sikhs comb their hair, the hair is taken care of and then ਉਹਦਾ ਸੰਸਕਾਰ ਕੀਤਾ ਜਾਂਦਾ. So Sangaji, make sure that if someone does try and ask you that question, now you have the answer. So Jarur, ਇਹ ਜਿਹੜਾ program ਹੈ ਅਸੀਂ ਰੱਖਿਆ ਆ, the whole point of the program is to ensure that youngsters have answers to these kind of questions. Because a lot of the times youngsters aren't as fortunate as some people are when they're lucky enough to be able to read, or Guru Sahib has given them that much kirpa that they've been able to talk to Vidwans and learn from Vidwans. So if we're in this position now, me and Jaspreet are in this position, so we're doing our best to be able to help you guys now and provide you with the information that you will require. If we look at Gurbani, obviously we gave a Hawala from Guru Granth Sahib Ji. Even if we look at Dasam Granth, then even in Dasam Granth as well, at the end of Shabad, Guru Sahib actually says, Ke Nisan Sikhi e Panj Harf Ast Kaf, that the real nishan of a Sikh is their Panj Kakar, right? And Hargij na Basat e Panj Muaf, and that without all five, that you're not, and if you get rid of all five, then you will not be forgiven. Right? Kada, Kirpan, Kashera, Kanga, Kara, Kardo, Kach, Kanga, Bidan. So what Guru Sahib is saying is that these are 4 of the 5 Ks. A Kara, a Kardo, which refers to a Kirpan, a Kashera and a Kanga, that these are all 4 out of the 5 that are recognized. But Guru Sahib says, Bila Kes Hech Ast Jumla Nisa. That without case though, if you do not have your case, that the other 4 are absolutely useless, right? So this is what Guru Sahib has given as a hukam, and really it's important that we need to understand it. If you look at Guru Gobind Singh Ji Maharaj's 52 hukams, then even Guru Gobind Singh Ji Maharaj talks about how you should keep your case. One of the hukams is Sikhi Kisa Swasa Sang Nibhauni. That your case, to be honest, when we stand in Ardas and we say that Sikhi Kisa Swasa Sang Nibhai, really what we're saying is that our hair should last as long as our breaths are. Our breaths that we live, that we breathe, they should be the same, they should last the same amount of time that our hair does, right? So really, as a Sikh, we should definitely try and keep our case in this kind of suchet way and in this Khalsa Roop that Guru Sahib has given us. Bhai Gurdas Ji's Vara clearly states that he said a Mazhab Khalsa, Upjeo Pradhana, that now a third way has been created. There was Islam, there was Hinduism, and now a third way has been created, and that is the way of the Khalsa. But it is right at the top, and the only way you can get right to the top is if you follow the prompt in the first place. Jaspreet Singh Ji, ਸਾਡੇ ਕੋਲ ਸਮਾਂ ਸੀਮਿਤ ਆ, 10 ਕਮੈਂਟ ਦਾ ਸਾਡੇ ਕੋਲ ਸਮਾਂ ਆ, ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ, or any other bits of research that you might want to put forward? I think maybe I just want to say this ਕਿ ਗੁਰੂ ਨਾਨਕ ਦੇਵ ਜੀ ਪਾਸ਼ਾ ਉਹ ਅਕਾਲ ਪੁਰਖ ਆਪ ਕਲਯੁਗ ਦੇ ਵਿੱਚ ਆਏ ਸੀਗੇ. So the way which were there before, during Dwapar or Satyug, etc. Now, if you look at in Kaljug, only Guru Nanak Dev Ji's Pasha's Panth is going to be the answer to everything. So ਆਹੀ ਗੱਲ ਹੈ ਕਿ ਜਿਹੜੇ ਕੇਸ ਆ, ਜੇ ਅਸੀਂ ਗੁਰੂ ਨਾਨਕ ਦੇਵ ਜੀ ਪਾਸ਼ਾ ਦੀ ਟੀਚਿੰਗਸ ਫੋਲੋ ਕਰਦੇ ਆ ਤਾਂ ਸਾਡੇ ਲਈ ਇੱਥੇ ਵੀ ਗਲਤ ਪਲਤ ਸਵਾਰੇ, ਸੋ ਸਾਡੇ ਲਈ ਅੱਗੇ ਵੀ ਹੋਣਾ. So being a youngster, I'll say, experience yourself, detach yourself from your faith and try to experience what Maharaj is. And when you walk on the street with the case, you feel it. You feel in a certain way that Maharaj are there with you all of the time. It's a privilege, I'll say, to be Sartari and Kesadari and walking on the streets of the UK. So it's a blessing. And I think it's more about experience. The more you experience Sikhi, case and all different things, all goodness will start coming into you. So it's the biggest blessing given to us by Guru Gobind Singh Ji Pasha. So ਸੰਗਤ ਜੀ, ਸਾਡੇ ਕੋਲ ਸਮਾਂ ਸੀਮਿਤ ਆ. ਓਬਵੀਅਸਲੀ ਸਾਡਾ ਅੱਧੇ ਘੰਟੇ ਦਾ ਇਹ ਪ੍ਰੋਗਰਾਮ ਹੁੰਦਾ. ਅੱਧੇ ਘੰਟੇ ਦੇ ਵਿੱਚ ਅਸੀਂ ਜ਼ਿਆਦੀਆਂ ਵੀ ਨਹੀਂ ਗੱਲਾਂ ਕਰ ਸਕਦੇ ਆ. ਸੋ ਅਸੀਂ ਟਰਾਈ ਕਰਦੇ ਹੁੰਦੇ ਆ ਕਿ ਟੂ ਦਾ ਪੁਆਇੰਟ ਅਸੀਂ ਰੱਖੀਏ ਅਤੇ ਨਾਲ ਤੁਹਾਨੂੰ ਐਵੀਡੈਂਸ ਦਈਏ. ਜਿਵੇਂ ਕਿ ਜਸਪ੍ਰੀਤ ਸਿੰਘ ਨੇ ਵੀ ਆਪਣੇ ਐਵੀਡੈਂਸ ਦਿੱਤੇ ਸੀ ਜਿਹਨਾਂ ਉਹਨਾਂ ਨੇ ਰਿਸਰਚ ਕੀਤੇ ਸੀ. ਉਸ ਤੋਂ ਇਲਾਵਾ ਮੈਂ ਗੁਰਬਿਲਾਸ ਪਾਤਸ਼ਾਹੀ 10ਵੀਂ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਹਵਾਲੇ ਦਿੱਤੇ ਆ, ਕਿਉਂਕਿ ਸਾਡੀ ਬਾਣੀ ਜਿਹੜੀ ਆ
ਉਸ 'ਚੋਂ ਸਾਨੂੰ ਸਾਨੂੰ ਟੁੱਟਣਾ ਨਹੀਂ ਚਾਹੀਦਾ। ਜੇ ਗੁਰੂ ਗ੍ਰੰਥ ਸਾਹਿਬ ਜੇ ਗੱਲ ਲਿਖੀ ਆ ਕਿ ਕੇਸ ਕਿੰਨੇ ਇੰਪੋਰਟੈਂਟ ਆ, ਤਾਂ ਫਿਰ ਅਸੀਂ ਕਿਉਂ ਨਹੀਂ ਆਪਾਂ ਕਰਦੇ ਹਾਂ। ਸੋ ਸਿੱਖ ਪੰਥ ਦੇ ਉੱਤੇ ਅਸੀਂ ਜਿਹੜਾ ਆ ਅਸੀਂ ਟਰਾਈ ਕਰਨਾ ਕਿ ਇਹ 'ਚ ਅਸੀਂ ਡਿਵਾਈਡ ਨਾ ਰੱਖੀਏ, ਕਿਉਂਕਿ ਪੰਥ ਦੇ ਵਿੱਚ ਹੁਣ ਡਿਵਾਈਡ ਬਹੁਤ ਬਣ ਗਏ ਆ। ਜਥੇਬੰਦੀਆਂ ਜਿਹੜੀਆਂ ਆ ਉਹ ਇੱਕ ਕਿਸਮ ਦਾ ਕਾਸਟ ਸਿਸਟਮ ਬਣ ਗਈ ਆ ਅੰਮ੍ਰਿਤਧਾਰੀਆਂ ਵਾਸਤੇ, ਤੇ ਕਾਸਟ ਸਿਸਟਮ ਤਾਂ ਅਸੀਂ ਪਹਿਲਾਂ ਵਾੜਤਾ ਸੀ ਪੰਥ ਦੇ ਵਿੱਚ। ਸੋ ਬੇਨਤੀ ਆ ਸੰਗਤ ਜੀ ਕਿ ਪਲੀਜ਼ ਵੱਧ ਤੋਂ ਵੱਧ ਅਸੀਂ ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਨਹੀਂ ਫਸਣਾ। To the youth as well, this is the most important time that we have now with the coronavirus pandemic. This is a time to learn. ਅਸੀਂ ਨਾ ਸਾਡਾ ਗੁਰੂ ਸਾਹਿਬ ਨੇ ਰੱਖਿਆ ਸਿੱਖ ਦਾ ਮਤਲਬ ਕਿ ਅਸੀਂ ਸਿੱਖਣਾ, ਸਿੱਖੀ ਸਿੱਖਿਆ ਗੁਰ ਵਿਚਾਰ। ਪਹਿਲਾਂ ਸਿੱਖ ਜਿਹੜਾ ਆ ਸਿੱਖਦਾ ਆ, ਫਿਰ ਉਹ ਸਿੱਖਿਆ ਦੂਜਿਆਂ ਤੋਂ ਲੈਂਦਾ, ਤੇ ਫਿਰ ਉਹ ਗੁਰ ਵਿਚਾਰ ਤੱਕ ਪਹੁੰਚਦਾ ਆ ਕਿ ਦੂਜਿਆਂ ਨਾਲ ਉਹ ਵਿਚਾਰ ਕਰਦਾ। ਸੋ ਸੰਗਤ ਜੀ ਪਲੀਜ਼ ਵੱਧ ਤੋਂ ਵੱਧ ਅਸੀਂ ਜਿਹੜਾ ਟਰਾਈ ਕਰਨਾ ਆ ਕਿ ਅਸੀਂ ਵੱਧ ਤੋਂ ਵੱਧ ਸਿੱਖ ਕੌਮ ਦੇ ਉੱਤੇ ਜਿਹੜੇ ਵੀ ਸ਼ੰਕੇ ਆ ਉਹ ਅਸੀਂ ਦੂਰ ਕਰਾਉਣਾ ਚਾਹੁੰਦੇ ਹਾਂ, ਅਤੇ ਇਹ ਐਵੀਡੈਂਸ ਦੇ ਨਾਲ ਅਸੀਂ ਕਰਨਾ ਚਾਹੁੰਦੇ ਹਾਂ। ਇਹ ਨਹੀਂ ਕਿ ਅਸੀਂ ਇਕੱਲੇ ਜਿਹੜੇ ਆ ਐਂਡ ਦੇ ਵਿੱਚ ਅਸੀਂ ਕਰੀਏ। ਸੋ ਸੰਗਤ ਜੀ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰੋ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਨ੍ਹਾਂ ਨੇ ਵੀ ਇਹਦੇ ਵਿੱਚ ਹਿੱਸਾ ਪਾਇਆ। ਜਸਪੀਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ। ਅਕਾਲ ਚੈਨਲ ਨੂੰ ਸਪੋਰਟ ਕਰਨਾ ਜੀ। ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले